ਜਨਮ ਜੋ ਮਾਨਸ ਮਿਲਿਆ ਤੈਨੂੰ ਇਹ ਤੇਰੀ ਸਕਦਾਰੀ, ਜੂਨ 84 ਜਿੱਤ ਤੂੰ ਸਕਦਾ ਇਹ ਸਮਝ ਅਖੀਰੀ ਵਾਰੀ। ਖਾਂਦਾ ਪੀਂਦਾ ਦੀਨ ਗਵਾਉਂਦਾ, ਮਾਇਆ ਖਾਤਰ ਮਨ ਪਰਚਾਉਂਦਾ, ਭੁੱਲ ਕੇ ਕਿਰਪਾ ਕਾਦਰ ਦੀ ਨੂੰ ਪੱਲੇ ਪੈਂਦੀ ਖੱਜਲ ਖਵਾਰੀ। ਜਨਮ ਜੋ ਮਾਨਸ ਮਿਲਿਆ ਤੈਨੂੰ ਇਹ ਤੇਰੀ ਸਰਦਾਰੀ, ਜੂਨ 84 ਜਿੱਤ ਤੂੰ ਸਕਦਾ ਇਹ ਸਮਝ ਅਖੀਰੀ ਵਾਰੀ, ਇਹ ਸਮਝ ਅਖੀਰੀ ਵਾਰੀ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਕਿਹੜੀ ਦੇਹ ਹੈ ਸ੍ਰੇਸ਼ਟ। ਅਲੱਗ-ਅਲੱਗ ਰੂਪ ਵਿੱਚ ਖਿੰਡੇ ਹੋਏ ਤੱਤ ਜਦੋਂ ਆਪਣੇ ਆਪਣੇ ਰੂਪ ਦੀ ਤਾਸੀਰ ਲੈ ਕੇ ਸੰਯੁਕਤ ਹੁੰਦੇ ਹਨ ਤਾਂ ਹੋਂਦ ਵਿੱਚ ਆਉਂਦੀ ਹੈ ਇੱਕ ਦੇਹ, ਇੱਕ ਸਰੀਰ। ਕਿਹਾ ਜਾਂਦਾ ਹੈ ਕਿ ਦ੍ਰਿਸ਼ਟਮਾਨ ਰੂਪ ਵਿੱਚ ਨਜ਼ਰੀ ਪੈਂਦੇ ਸੰਸਾਰ ਤੇ ਕੁੱਲ 84 ਲੱਖ ਜੂਨ ਹੈ ਤੇ ਹਰ ਜੂਨ ਜਾਤ ਕੋਲ ਤਕਰੀਬਨ ਸਮਾਨ ਰੂਪ ਤੱਤਾਂ ਦੇ ਸੰਯੁਕਤ ਹੋਣ ਨਾਲ ਹੀ ਆਇਆ ਹੈ ਦੇਹ ਰੂਪ, ਸਰੀਰ ਰੂਪ, ਆਕਾਰ, ਜਿਸ ਨਾਲ ਇੱਕ ਜੂਨ ਨੂੰ ਇੱਕ ਵੱਖਰਾ ਨਾਮ ਮਿਲਿਆ ਹੈ, ਇੱਕ ਵੱਖਰੀ ਪਹਿਚਾਣ ਮਿਲੀ ਹੈ। ਜਿਵੇਂ ਅਸੀਂ ਗੱਲ ਕੀਤੀ ਹੈ ਕਿ ਵੱਖ-ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਕੁੱਲ ਜੂਨਾਂ ਕੋਲ ਤੱਤ ਰੂਪ ਸਰੀਰ ਰੂਪ ਹੈ, ਤੇ ਫਿਰ ਜੇ ਤੱਤ ਰੂਪ ਸਰੀਰ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਸਰੀਰ ਨੂੰ, ਦੇਹ ਨੂੰ ਤਾਕਤ ਦੇਣ ਲਈ ਆਹਾਰ ਵੀ ਹਰ ਜੂਨ ਲੈਂਦੀ ਹੈ। ਹੁਣ ਜੇ ਸਰੀਰ ਹਰ ਜੂਨ ਕੋਲ ਹੈ, ਆਹਾਰ ਹਰ ਜੂਨ ਲੈਂਦੀ ਹੈ, ਤਾਂ ਫਿਰ ਸੁਭਾਵਕ ਜਿਹੀ ਗੱਲ ਹੈ ਕਿ ਕੋਈ ਨਾ ਕੋਈ ਫਿਜ਼ੀਕਲ ਮੂਵਮੈਂਟ ਵੀ ਹਰ ਜੂਨ ਕਰਦੀ ਹੋਵੇਗੀ। ਤੇ ਜੇ ਫਿਜ਼ੀਕਲ ਮੂਵਮੈਂਟ ਹੁੰਦੀ ਹੈ ਤਾਂ ਫਿਰ ਆਰਾਮ ਲਈ ਸੌਣਾ, ਬਹਿਣਾ, ਉੱਠਣਾ, ਜਾਗਣਾ ਵੀ ਹਰ ਜੂਨ ਦੇ ਦੇਹ ਨਾਲ ਜੁੜੇ ਕਾਰਜ ਦਾ ਹਿੱਸਾ ਹੋਵੇਗਾ। ਇਸ ਪ੍ਰਕਾਰ ਦੇਹ ਨਾਲ ਜੁੜੇ ਹੋਰ ਵੀ ਅਨੇਕਾਂ ਕੰਮ ਹੋਣਗੇ ਜੋ ਦੇਹ ਦੇ ਸਰੀਰ ਦੇ ਨਿਰਵਾਹ ਲਈ ਦੇਹ ਦੀ ਅੰਦਰੂਨੀ ਭਾਵਨਾ ਅਨੁਸਾਰ ਹਰ ਜੂਨ ਕਰਦੀ ਹੋਵੇਗੀ, ਕਿਉਂਕਿ ਹਰ ਜੂਨ ਕਿਸੇ ਅੰਦਰੂਨੀ ਸਮਝ ਮੁਤਾਬਕ ਆਪਣੀ ਦੇਹ ਦੇ ਨਿਰਵਾਹ ਲਈ ਉਸ ਦੀਆਂ ਮੁੱਢਲੀਆਂ ਲੋੜਾਂ ਤੋਂ ਖਬਰਦਾਰ ਹੈ। ਹੁਣ ਜਿਸ ਪ੍ਰਕਾਰ ਹਰ ਜੂਨ ਆਪਣੀ ਦੇਹ ਦੀਆਂ ਮੁੱਢਲੀਆਂ ਲੋੜਾਂ ਤੋਂ ਖਬਰਦਾਰ ਹੈ, ਉਸੇ ਪ੍ਰਕਾਰ 84 ਲੱਖ ਜੂਨ ਦਾ ਅੰਗ ਹੋਣ ਨਾਤੇ ਇਨਸਾਨ ਦਾ ਵੀ ਆਪਣੀ ਦੇਹ ਦੀਆਂ ਜ਼ਰੂਰਤਾਂ ਤੋਂ ਖਬਰਦਾਰ ਹੋਣਾ ਸੁਭਾਵਕ ਹੈ। ਦੇਹ ਦੇ ਨਿਰਵਾਹ ਲਈ ਉਸ ਨੂੰ ਆਹਾਰ ਦੇਣਾ, ਦੇਹ ਦੇ ਆਰਾਮ ਲਈ ਸੌਣਾ, ਬਹਿਣਾ, ਉੱਠਣਾ, ਜਾਗਣਾ, ਦੇਹ ਨੂੰ ਠੰਡ ਤੋਂ ਬਚਾਉਣਾ, ਗਰਮੀ ਤੋਂ ਮਹਿਫੂਜ਼ ਕਰਨਾ, ਦੁੱਖ ਰੋਗ 'ਚ ਦਵਾਈ ਦਾਰੂ ਲੈਣਾ, ਇਸ ਪ੍ਰਕਾਰ ਦੇ ਹੋਰ ਵੀ ਅਨੇਕਾਂ ਕੰਮ ਇਨਸਾਨ ਆਪਣੀ ਦੇਹ ਦੀ ਸਲਾਮਤੀ ਲਈ, ਦੇਹ ਦੇ ਨਿਰਵਾਹ ਲਈ, ਦੇਹ ਰੂਪ ਘਰ ਪਰਿਵਾਰ ਨੂੰ ਵਧਾਉਣ ਲਈ ਕਰਦਾ ਹੈ, ਜਿਸ ਦਾ ਅੰਦਾਜ਼ਾ ਦੇਹ ਰੂਪ ਵਿੱਚ ਹੋਣ ਕਰਕੇ, ਦੇਹ ਨਾਲ ਜੁੜੀ ਸਮਝ ਸੂਝ ਹੋਣ ਕਰਕੇ ਅਸੀਂ ਸਭ ਸਹਿਲਾ ਹੀ ਲਾ ਸਕਦੇ ਹਾਂ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਬਾਕੀ ਜੂਨਾਂ ਵਾਂਗ ਇਨਸਾਨ ਆਪਣੀ ਦੇਹ ਬਾਰੇ, ਆਪਣੇ ਸਰੀਰ ਬਾਰੇ ਸੋਚਦਾ ਹੈ, ਠੀਕ ਇਸੇ ਹੀ ਤਰ੍ਹਾਂ ਬਾਕੀ ਜੂਨਾਂ ਵੀ ਇਨਸਾਨ ਵਾਂਗ ਆਪਣੇ ਆਪਣੇ ਤਰੀਕੇ ਨਾਲ ਆਪਣੀ ਦੇਹ ਨੂੰ ਪਾਲਣ ਤੇ ਸੰਭਾਲਣ ਦੇ ਸਮਰੱਥ ਹਨ। ਉਪਰੋਕਤ ਬਿਆਨੇ ਗਏ ਇੱਕ ਅਲਫਾਜ਼ ਦੀ ਸਮਝ ਨੂੰ ਜੇ ਦੋ ਸਤਰਾਂ ਵਿੱਚ ਸਰਲ ਅੱਖਰਾਂ ਨਾਲ ਬਿਆਨ ਕਰਨਾ ਹੋਵੇ ਤਾਂ ਸਿੱਧੇ ਲਫ਼ਜ਼ਾਂ 'ਚ ਕਿਹਾ ਜਾ ਸਕਦਾ ਹੈ ਕਿ ਦੇਹ ਦੇ ਪੱਖ ਨਾਲ ਕੁੱਲ ਜੂਨ ਦਾ ਤਲ ਇੱਕ ਹੈ, ਕਿਉਂਕਿ ਕੁੱਲ ਜੂਨ ਕੋਲ ਦੇਹ ਹੈ ਤੇ ਕੁੱਲ ਜੂਨ ਆਪਣੀ ਦੇਹ ਬਾਰੇ ਸੋਚਦੀ ਹੈ। ਪਰ ਇਹ ਸਭ ਸਮਾਨਤਾ ਹੋਣ ਦੇ ਬਾਵਜੂਦ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੁੱਲ ਜੂਨ ਜਾਤ ਦਾ ਤਲ ਇੱਕ ਹੈ, ਕਿਉਂਕਿ ਗੁਰੂ ਗੁਰਬਾਣੀ ਦੇ ਫਰਮਾਨ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਲੱਖ 84 ਜੋਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਇਹ ਮੋਰ ਲੰਮਦੇ ਨੇ ਕਿ ਮਨੁੱਖ ਦੇਹ ਸ੍ਰੇਸ਼ਟ ਹੈ, ਉੱਤਮ ਹੈ, ਅਵਲ ਹੈ। ਇਸ ਦੇਹ ਦੀ ਸ੍ਰੇਸ਼ਟਤਾ ਨੂੰ ਸਿੱਧ ਕਰਦਿਆਂ ਗੁਰੂ ਗੁਰਬਾਣੀ ਫਰਮਾਨ ਹੈ ਕਿ ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ, ਸੇ ਊਜੜ ਭਰਮ ਭਾਵੀਐ, ਜਿਉ ਝਾੜ ਮਿਰਗ ਭਾਲੇ। ਮਤਲਬ ਕਿ ਰੱਬ ਤੱਕ, ਪਰਮਾਤਮਾ ਤੱਕ ਪਹੁੰਚਣ ਦਾ, ਨਿੱਜ ਘਰ ਵਾਪਸੀ ਕਰਨ ਦਾ, ਜਨਮ ਮਰਨ ਦੇ ਗੇੜ ਤੋਂ ਨਜਾਤ ਪਾਉਣ ਦਾ ਰਾਹ, ਇਹ ਮੌਕਾ, ਇਹ ਮਨੁੱਖ ਦੇਹ, ਕਿਉਂਕਿ ਪਰਮਾਤਮਾ ਦੀ ਅੰਸ਼ ਆਤਮਾ ਨਿੱਜ ਘਰ ਦੀ ਪੂਰਨ ਸਮਝ ਸੂਝ ਲੈ ਜ਼ਾਹਰ ਰੂਪ ਵਿੱਚ ਸੁਭਾਏਮਾਨ ਹੈ ਮਨੁੱਖ ਦੇਹ ਅੰਦਰ। ਇਸ ਲਈ ਇਹ ਮਨੁੱਖ ਦੇਹ ਸ੍ਰੇਸ਼ਟ ਹੈ, ਉੱਤਮ
ਉੱਤਮ ਹੈ, ਅਹਿਮ ਹੈ। ਪਰ ਜੇ ਇਹ ਦੇਹ ਨੂੰ ਧਾਰਨ ਕਰਨ ਦੇ ਬਾਵਜੂਦ ਵੀ ਅਸੀਂ ਗੁਰੂ ਗੁਰਬਾਣੀ ਅਨੁਸਾਰ ਫਰਮਾਏ ਸ੍ਰੇਸ਼ਟਤਾ ਵਾਲੇ ਪਹਿਲੂ ਤੇ ਕੇਂਦਰਿਤ ਨਹੀਂ ਹੁੰਦੇ, ਆਪਣੀ ਜ਼ਿੰਦਗੀ 'ਚ ਉਸ ਨੂੰ ਮੁੱਖ ਨਹੀਂ ਰੱਖਦੇ, ਤਾਂ ਅਸੀਂ ਸ੍ਰੇਸ਼ਟ ਨਹੀਂ ਹਾਂ। ਕਿਉਂਕਿ ਇਹੀ ਪੱਖ ਤਾਂ ਵਿਲੱਖਣ ਸਨ ਜਿਨ੍ਹਾਂ ਮਨੁੱਖ ਦੇਹ ਨੂੰ ਭਾਵ ਕੇ ਸਾਨੂੰ ਬਾਕੀ ਦੀਆਂ ਜੂਨਾਂ ਨਾਲੋਂ ਵੱਖ ਦਰਸਾਇਆ, ਉੱਤਮ ਕਹਾਇਆ। ਪਰ ਜੇ ਮਨੁੱਖੀ ਕਾਇਆ 'ਚ ਆ ਕੇ ਵੀ ਅਸੀਂ ਇਹੀ ਸ੍ਰੇਸ਼ਟਤਾ ਦਾ ਪੱਖ ਵਿਸਾਰ ਦਿੰਦੇ ਹਾਂ, ਇਹੀ ਪਾਸੇ ਕਰ ਦਿੰਦੇ ਹਾਂ ਤੇ ਸੀਮਤ ਹੋ ਕੇ ਰਹਿ ਜਾਂਦੇ ਹਾਂ ਦੇਹ ਦੀਆਂ ਮਟੀਰੀਅਲ ਰੂਪ, ਪਦਾਰਥਿਕ ਰੂਪ ਲੋੜਾਂ ਤੱਕ, ਤਾਂ ਮਾਫ ਕਰਨਾ, ਸਾਡੇ 'ਚ ਤੇ ਬਾਕੀ ਪਸ਼ੂ ਪੰਛੀਆਂ 'ਚ, ਕੀੜੇ ਮਕੌੜਿਆਂ 'ਚ ਜਾਂ ਹੋਰ ਪ੍ਰਜਾਤੀਆਂ 'ਚ ਦੇਹ ਰੂਪ ਢਾਂਚੇ ਨੂੰ ਛੱਡ ਕੋਈ ਖਾਸ ਫਰਕ ਨਹੀਂ ਰਹਿ ਜਾਂਦਾ। ਸੋ ਜੇ ਕਾਦਰ ਨੇ ਨਿਆਮਤਾਂ ਦੇ ਸਾਨੂੰ ਕੁੱਲ ਜੂਨਾਂ ਤੋਂ ਵਿਲੱਖਣ ਤੇ ਸ੍ਰੇਸ਼ਟ ਬਣਾ ਕੇ ਭੇਜਿਆ ਹੈ ਤੇ ਖੁਦਾ ਦੀ ਰਹਿਮਤ ਨਾਲ 84 ਲੱਖ ਜੂਨਾਂ ਦੀ ਲੰਮੀ ਵਾਟ ਪਿੱਛੋਂ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਉਸ ਮੋੜ ਤੇ ਆ ਕੇ ਖੜੇ ਹੋ ਗਏ ਹਾਂ ਜਿੱਥੋਂ ਸਾਡਾ ਵਾਪਸੀ ਦਾ ਸਫ਼ਰ ਸ਼ੁਰੂ ਹੋਣਾ ਹੈ, ਜਿੱਥੋਂ ਸਹੀ ਦਿਸ਼ਾ ਵੱਲ ਵਧੇ ਸਾਡੇ ਕਦਮ ਸਾਨੂੰ ਸਦਾ ਲਈ ਨਿੱਜ ਘਰ ਦੇ ਵਾਸੀ ਬਣਾ ਸਕਦੇ ਹਨ। ਪਰ ਜੇ ਇਹਨਾਂ ਕਦਮਾਂ ਤੇ ਇਸ ਪੜਾਅ ਤੇ ਆ ਕੇ ਵੀ ਅਸੀਂ ਆਪਣੀ ਜੀਵਨ ਸ਼ੈਲੀ ਬਾਕੀ ਜੂਨਾਂ ਵਰਗੀ ਮਾਨਸਿਕਤਾ ਵਾਲੀ ਰੱਖਦੇ ਹਾਂ ਤਾਂ ਨੁਕਸਾਨ ਸਾਡਾ ਹੈ ਕਿ ਅਸੀਂ ਸ੍ਰੇਸ਼ਟ ਪ੍ਰਜਾਤੀ ਦੇ ਸਿਕਦਾਰ ਜੂਣ ਦੇ ਹੱਕਦਾਰ ਹੋ ਕੇ ਵੀ ਨਿੱਜ ਘਰ ਵਾਪਸੀ ਦੇ ਹੱਕ ਤੋਂ ਵਾਂਝੇ ਰਹਿ ਜਾਵਾਂਗੇ। ਇਸ ਲਈ ਇਹ ਅੱਜ ਅਸੀਂ ਸੋਚੀਏ ਕਿ ਅਸੀਂ ਸ੍ਰੇਸ਼ਟ ਤੋਂ ਸ੍ਰੇਸ਼ਟ ਪੁਰਖ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਤੱਕ ਜਾਣਾ ਹੈ, ਜਾਂ ਸ੍ਰੇਸ਼ਟ ਜੂਨ ਨਾਲ ਮਿਲੀਆਂ ਨਿਆਮਤਾਂ ਦੀ ਗਲਤ ਵਰਤੋਂ ਕਰ ਆਪਣਾ ਨਿਘਾਰ, ਆਪਣਾ ਪਤਨ ਕਰਨਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।